ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਬਾਰ ਭਾਗ 74ਵਾਂ 74 ਪੌੜੀ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਤ ਤਿਸਨੂੰ ਅਗਲੀ ਉਹ ਵਜੋਂ ਪੀਦੂਣਾ ਖਾਏ। ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਪਿੱਛੇ ਵੀ ਆਪਾਂ ਸ਼ਲੋਕ ਵਿਚਾਰਿਆ ਸੀ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ। ਚਾਕਰ ਕਹੀਏ ਖਸਮ ਕਾ, ਉਹ ਕਿਹੋ ਜਿਹਾ ਹੁੰਦਾ ਭਾਈ? ਉਹੀ ਤਾਂ ਗੁਰਸਿੱਖ ਨੇ ਜਿਹੜੇ ਭਵਸਾਗਰ ਪਾਰ ਕਰਦੇ ਨੇ, ਆਪਦੀ ਮਤ ਦਾ ਤਿਆਗ ਕਰਕੇ ਗੁਰੂ ਅਨਸਾਰੀ ਹੋ ਜਾਂਦੇ ਨੇ। ਉਹੀ ਤਾਂ ਚਾਕਰ ਨੇ ਭਾਈ। ਪਿੱਛੇ ਆਪਾਂ ਵਿਚਾਰਿਆ ਸੀ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਪਾਰਾ, ਕਰਨ ਕਰਾਵਣ ਸਗਲ ਵਿਦ ਸੋ ਸਤਿਗੁਰੂ ਹਮਾਰਾ। ਉਹੀ ਚਾਕਰ ਨੇ, ਉਹੀ ਤਾਂ ਮੰਨਦੇ ਨੇ ਬਾਣੀ ਨੂੰ ਸਿਰ ਮੱਥੇ, ਹੁਕਮ ਨੂੰ ਮੰਨਦੇ ਨੇ, ਹੁਕਮ ਦੇ ਧਾਰਨੀ ਹੁੰਦੇ ਨੇ। ਉਹਨੂੰ ਬਾਣੀ ਚਾਕਰ ਕਹਿੰਦੀ ਹੈ। ਚਾਕਰ ਅਸੀਂ ਵੀ ਬਣ ਜਾਂਦੇ ਹਾਂ। ਉਹੀ ਸਤਿਗੁਰੂ ਸਮਝਾਉਂਦੇ। ਪਹਿਲੇ ਸ਼ਲੋਕ ਸਮਝਾਇਆ ਅੰਗਦ ਪਾਤਸ਼ਾਹ ਨੇ ਆਪਾਂ ਨੂੰ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ। ਚਾਕਰ ਵੀ ਬਣ ਜਾਂਦੇ ਹਾਂ, ਅੰਮ੍ਰਿਤ ਛਕ ਲੈਂਦੇ ਹਾਂ, ਗੁਰੂ ਘਰ ਵੀ ਜਾਂਦੇ ਹਾਂ, ਪਰ ਕਰਦੇ ਹਾਂ ਆਪਦੀ ਮਨਮਤ, ਆਪਦੀ ਮਰਜ਼ੀ ਨਾਲ ਚੱਲਦੇ ਹਾਂ। ਫਿਰ ਚਾਕਰ ਕਾਹਦਾ ਭਾਈ? ਉਹ 'ਚੋਂ ਫਿਰ ਕੀ ਪੈਦਾ ਹੋਣਾ? ਹੰਕਾਰ ਪੈਦਾ ਹੋਣਾ ਉਹ 'ਚੋਂ ਭਾਈ। ਪਿੱਛੇ ਆਪਾਂ ਵਿਚਾਰਿਆ ਸ਼ਲੋਕ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਫਿਰ ਗੁਰੂ ਘਰ ਸੇਵਾ ਕੀਤੀ ਹੋਈ, ਧਰਮ ਕਰਮ ਕੀਤੇ ਸਾਡੇ ਸਾਰੇ ਨਿਸਫਲ ਹੋ ਗਏ। ਫਿਰ ਇਹ ਬ੍ਰਹਮ ਕਰਮ ਹੈ, ਇਹਨੂੰ ਆਪਾਂ ਜਾਣਨਾ ਵਾ। ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ। ਬ੍ਰਹਮ ਗਿਆਨ ਹੈ ਇਹ, ਬ੍ਰਹਮ ਵਿਦਿਆ। ਬ੍ਰਹਮ ਵਿਦਿਆ ਤੋਂ ਭਾਵ ਬ੍ਰਹਮ ਨਾਲ ਜੁੜੇ ਹੋਏ ਜੋ ਵੀ ਪ੍ਰਮਾਣ ਸਤਿਗੁਰਾਂ ਨੇ ਆਪਾਂ ਨੂੰ ਦਿੱਤੇ ਨੇ। ਆਤਮਾ ਨੂੰ ਕਿਵੇਂ ਜਾਣਿਆ ਜਾਊਗਾ, ਉਹ ਨਿਰਾਕਾਰ ਦੁਨੀਆ ਨੂੰ ਕਿਵੇਂ ਜਾਣਿਆ ਜਾਊ, ਜਿਹੜੇ ਮਾਇਆ ਦੇ ਉਹ ਤਾਂ ਪ੍ਰਮਾਣ ਨੇ ਭਾਈ ਸੰਸਾਰੀ ਆਪਾਂ ਨੂੰ ਦਿੱਤੇ। ਚਾਕਰ ਅਸੀਂ ਬਣ ਜਾਂਦੇ ਹਾਂ, ਪਰ ਹੰਕਾਰ ਪੈਦਾ ਹੋਈ ਜਾਂਦਾ। ਆਪਦੀ ਮੱਤ ਨਾਲ ਅਸੀਂ ਬਾਣੀ ਨੂੰ ਅਰਥਾ ਰਹੇ ਹਾਂ, ਆਪਣੀ ਬੁੱਧੀ ਦਾ ਵਿਸ਼ਾ ਨਹੀਂ ਭਾਈ। ਅਨੇਕਾਂ ਉਪਦੇਸ਼ ਨੇ ਆਪਣੇ ਕੋਲੇ। ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਛੂਟ ਜਾਏ ਪਰਮਾਈ। ਹਲ ਤਾਂ ਸਾਡਾ ਸੰਸਾਰ 'ਚੋਂ ਹੀ ਨਹੀਂ ਖਹਿੜਾ ਛੁੱਟਿਆ, ਅੰਮ੍ਰਿਤ ਲੋਕ 'ਚੋਂ। ਚਾਕਰ ਕਿੱਥੋਂ ਬਣ ਗਿਆ ਸੀ? ਗੱਲਾਂ ਕਰੇ ਘਨੇਰੀਆਂ, ਦੇਖਦੇ ਹਾਂ ਕਿਵੇਂ ਪ੍ਰਚਾਰਕ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਨੇ, ਕਿੱਧਰੋਂ ਕਿੱਧਰੋਂ ਸਾਖੀਆਂ ਇਤਿਹਾਸ ਖਿੱਚ ਕੇ ਲਿਆਉਂਦੇ ਨੇ, ਕਿੱਡਾ ਕਿੱਡਾ ਝੂਠ ਵੜਦੇ ਨੇ। ਫਿਰ ਉਹ 'ਚ ਨਾਮ ਰਸ ਥੋੜ੍ਹੀ ਆਉਣਾ ਖਸਮ ਦਾ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਹਉਮੈ ਪੈਦਾ ਹੋ ਜਾਂਦੀ ਹੈ ਭਾਈ, ਜਿਹੜੇ ਅਸੀਂ ਆਪਦੀ ਮੱਤ ਨਾਲ ਚਾਕਰ ਬਣੇ ਬੈਠੇ ਹਾਂ। ਜਿਹੜੇ ਗੁਰੂ ਭਾਣੇ ਅਨੁਸਾਰ ਹੋ ਜਾਂਦੇ ਨੇ ਉਹ ਕਿਹੜੇ ਨੇ ਫਿਰ? ਆਓ ਆਪਾਂ ਉਹ ਵਿਚਾਰਦੇ। ਸਤਿਗੁਰ ਕੀ ਸਮਝਾਉਂਦੇ ਆ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਈ। ਜਿਹੜੇ ਹੁਕਮ ਚੱਲਦੇ ਨੇ ਉਹ ਚਾਕਰ ਨੇ ਭਾਈ। ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ। ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ। ਸਿਰਫ ਹਰੀ ਦਾ ਜਸ, ਹਰ ਕਾ ਜਸ, ਹਰ ਕੀ ਕਥਾ। ਅਨੇਕਾਂ ਉਪਦੇਸ਼ ਨੇ ਆਪਣੇ ਕੋਲੇ ਭਾਈ। ਜੇ ਚਾਕਰ ਬਣਨਾ ਤਾਂ ਫਿਰ ਆਪਦੀ ਮਤ ਦਾ ਤਿਆਗ ਕਰਨਾ ਪਊਗਾ ਭਾਈ। ਫਿਰ ਹੀ ਆਪਾਂ ਨੂੰ ਨਿਰਾਕਾਰ ਭਾਵ ਆਕਾਰ ਤੋਂ ਰਹਿਤ ਹੋ, ਨਿਰੰਕਾਰ ਦਾ ਦੇਸ਼ ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਫਿਰ ਹੀ ਸੋਝੀ ਹੋਊਗੀ। ਉਹ ਆਪਣੀ ਅਨੁਭੂਤੀ ਦਾ ਵਿਸ਼ਾ ਹੀ ਨਹੀਂ ਹੈਗਾ। ਸੰਸਾਰੀ ਗਿਆਨ ਸਾਨੂੰ ਹੁੰਦਾ, ਹੋਏ ਚਾਕਰ ਬਣ ਜਾਂਦੇ ਆ। ਕਿਹਾ ਕਛੂ ਨਾ ਜਾਣੀ, ਕੀ ਕਹਿੰਦੇ ਸਾਨੂੰ ਉਹਦਾ ਵੀ ਨਹੀਂ ਗਿਆਨ ਹੁੰਦਾ। ਆਪਦੇ ਆਪ ਹੀ ਸਾਰੇ ਅਸੀਂ ਜਿਹੜੇ ਧਰਮ ਕਰਮ ਪੂਰੇ
ਮੰਨੀ ਬੈਠੇ ਹਾਂ। ਪਿੱਛੇ ਵੀ ਆਪਾਂ ਵਿਚਾਰਿਆ ਲੱਖ ਤਪ ਉੱਪਰ ਤੀਰਥਾਂ ਲੱਖ ਪੁੰਨਾ ਪ੍ਰਵਾਨ, ਆਪ ਹੀ ਸਾਰਾ ਕੁਝ ਪ੍ਰਵਾਨ ਕਰੀ ਬੈਠੇ ਹਾਂ। ਇਹ ਤਾਂ ਭਾਈ ਅਗਲੀ ਗੱਲ ਨਾ ਜਾਣੀ, ਅੱਗੇ ਦੀ ਗੱਲ ਹੈ ਸਾਰੀ। ਸੱਚ ਦੀ ਦੁਨੀਆ, ਸੱਚ ਦਾ ਦਰਸ਼ਨ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਰਾਮ ਪਿਆਰੇ। ਜਿਹਨਾਂ ਦੀ ਆਤਮਾ ਜਾਗ ਜਾਂਦੀ ਹੈ, ਜਿਵੇਂ ਰਾਤ ਨੂੰ ਆਪਾਂ ਨੂੰ ਤਾਰਿਆਂ ਦੀ ਰੋਸ਼ਨੀ ਥੋੜ੍ਹਾ ਥੋੜ੍ਹਾ ਉਹ ਤਾਰੇ ਦੀਂਦੇ ਆ, ਦੂਰ ਲੱਗਦੇ ਆ ਪਰ ਸਾਨੂੰ ਬਹੁਤ। ਇਵੇਂ ਮੰਜ਼ਿਲ ਤਾਂ ਬਹੁਤ ਦੂਰ ਹੈ ਭਾਈ, ਪਰ ਜਦੋਂ ਇਹਦੇ ਨੂੰ ਚੱਲਦੇ ਹਾਂ ਅਸੀਂ, ਫਿਰ ਸਾਨੂੰ ਆਸ ਵੱਧ ਜਾਂਦੀ ਹੈ, ਹੌਸਲਾ ਹੋ ਜਾਂਦਾ, ਚਾਅ ਪੈਦਾ ਹੋ ਜਾਂਦਾ ਵੀ ਹੁਣ ਅਸੀਂ ਸੱਚ ਦਾ ਦਰਸ਼ਨ ਕਰਾਂਗੇ ਜ਼ਰੂਰ। ਸਾਨੂੰ ਭਰੋਸਾ ਹੋ ਜਾਂਦਾ ਗੁਰਸ਼ਬਦ ਦੇ ਗਿਆਨ ਨਾਲ। ਇਹ ਸਾਡੇ ਜੀਵਨ ਦੀ ਸ਼ੁਰੂਆਤ ਹੈ ਭਾਈ। ਇਹ ਮਨੁੱਖਾ ਦੇ ਹੀ ਲਾਸਟ ਪੌੜੀ ਹੈ। ਜੇ ਚੁੱਕ ਕੇ ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਚਾਕਰ ਬਣਨਾ ਖਸਮ ਦਾ, ਭਾਣੇ 'ਚ ਰਹਿਣਾ, ਜੋ ਹੋ ਰਿਹਾ ਉਹਨੂੰ ਸੱਤ ਕਰਕੇ ਮੰਨਣਾ, ਸੱਚ ਬੋਲਣਾ, ਇਹੀ ਧਰਮ ਹੈ ਭਾਈ। ਗੁਰੂ ਘਰਾਂ ਜਾ ਕੇ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਪਰ ਗੁਰੂ ਤੋਂ ਵਾਂਝੇ ਰਹਿ ਜਾਂਦੇ ਹਾਂ। ਗੁਰੂ ਦੇ ਵਚਨ ਨਹੀਂ ਮੰਨਦੇ, ਗੁਰੂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ ਅਸੀਂ। ਸੰਸਾਰ ਵੱਖਰਾ ਹੋ ਜਾਣਾ, ਗੁਰੂ ਕੇ ਹੋ ਜਾਣਾ, ਸਾਡੀ ਮੱਤ ਦਾ ਵਿਸ਼ਾ ਥੋੜ੍ਹੀ ਹੈ ਭਾਈ। ਉਹ 'ਚੋਂ ਤਾਂ ਹੰਕਾਰ ਹੀ ਪੈਦਾ ਹੋ। ਗੁਰ ਕੀ ਮੱਤ ਲੈਣੀ, ਅਸੀਂ ਕਿਵੇਂ ਇਹ ਤਿਆਗ ਕਰਨਾ ਹੈ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿਹੜੇ ਆਪਦੇ ਆਪ ਨੂੰ ਸਿਆਣੇ ਬਣ ਜਾਂਦੇ ਨੇ, ਫਿਰ ਆਪਦੀ ਹੋਂਦ ਨੂੰ ਪ੍ਰਗਟ ਕਰਦੇ ਨੇ, ਮੂਰਖ ਆਪ ਜਣਾਵੈ। ਉਹ ਚਾਕਰ ਫਿਰ ਕਹੇ ਜਿਹੇ ਨੇ ਭਾਈ, ਫਿਰ ਜੰਮਣ ਮਰਨ ਨੂੰ ਚਲੇ ਜਾਂਦੇ ਨੇ। ਇਹ ਚਾਕਰ ਕਹੇ ਜਿਹੇ ਨੇ, ਇਹ ਭਾਣੇ ਅਨੁਸਾਰ ਚੱਲਦੇ ਨੇ। ਇਹ ਗੁਰ ਕੀ ਮੱਤ ਲੈਂਦੇ ਨੇ, ਆਪਦੀ ਮੱਤ ਦਾ ਤਿਆਗ ਕਰ ਦਿੰਦੇ ਨੇ। ਫਿਰ ਇਹ ਗੁਰੂ ਕਾ ਜਸ ਸ਼ੁਰੂ ਹੁੰਦਾ ਹੈ ਭਾਈ। ਇਹ ਪਿੱਛੇ ਵੀ ਆਪਾਂ ਵਿਚਾਰਿਆ, ਦੋ ਪਦਾਰਥ ਆਪਾਂ ਨੂੰ ਫਿਰ ਪ੍ਰਾਪਤ ਹੋਣੇ ਆ ਜੇ ਗੁਰ ਸ਼ਬਦ ਦਾ ਗਿਆਨ ਲਵਾਂਗੇ। ਪਹਿਲਾ ਪਦਾਰਥ ਆਪਣਾ ਗਿਆਨ ਹੈ, ਗਿਆਨ ਦੇ ਨਾਲ ਮੁਕਤੀ। ਦੋ ਪਦਾਰਥ, ਫਿਰ ਸੰਤੋਖ, ਮਨ ਬੁੱਧੀ ਆ ਕੇ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਉਹ ਫਿਰ ਜਿਹੜਾ ਹੈਗਾ ਵਾ ਉਹ ਜਾਪ ਹੈ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਉੱਧਰ ਜਾਣ ਖਾਤਰ ਸਾਨੂੰ ਨਾ ਅੱਖਾਂ ਦੀ ਲੋੜ ਹੈ, ਨਾ ਕੰਨਾਂ ਦੀ ਲੋੜ ਆ, ਨਾ ਪੈਰਾਂ ਦੀ ਲੋੜ ਹੈ, ਸਰੀਰ ਦੀ ਲੋੜ ਹੀ ਨਹੀਂ। ਭਗਤ ਕਬੀਰ ਜੀ ਤਾਂ ਐਂ ਸਮਝਾਉਂਦੇ ਨੇ, ਜਦੋਂ ਇਹ ਪ੍ਰਾਪਤੀ ਹੋ ਜਾਵੇ, ਜਦੋਂ ਅਸੀਂ ਪਲੇਟਫਾਰਮ ਛੱਡ ਕੇ ਟ੍ਰੇਨ 'ਚ ਬਹਿ ਗਏ, ਫਿਰ ਪਲੇਟਫਾਰਮ ਦੀ ਕੀ ਲੋੜ ਰਹਿ ਗਈ ਸਾਨੂੰ ਭਾਈ। ਇਵੇਂ ਸਰੀਰ ਪਲੇਟਫਾਰਮ ਹੈ। ਭਗਤ ਕਬੀਰ ਜੀ ਨੇ ਸਮਝਾਇਆ, ਜੋਤੀ ਜੋਤ ਮਿਲੀ ਕਿੰਬਾ ਹੋਏ ਮੋਏ। ਫਿਰ ਸਰੀਰ ਦੀ ਐਡੀ ਮਹੱਤਤਾ ਨਹੀਂ ਰਹਿੰਦੀ ਜਦ ਤੱਕ ਸਾਨੂੰ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਟ੍ਰੇਨ ਅਸੀਂ ਬਹਿਣਾ ਪਲੇਟਫਾਰਮ 'ਤੇ ਬੈਠੇ, ਜਦ ਤੱਕ ਉਹਦੀ ਲੋੜ ਹੈ, ਐਵੇਂ ਸਰੀਰ ਦੀ ਜਦ ਤੱਕ ਲੋੜ ਹੈ। ਜੋਤੀ ਜੋਤ ਮਿਲੀ ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ ਸਪੂਰਨ ਥੀ ਆਰਾਮ। ਜਦੋਂ ਪੂਰਨ ਹੋ ਗਏ, ਮਨ 'ਚ ਤਿੱਕ ਹੋ ਗਏ, ਉਸ ਅਵਸਥਾ ਨੂੰ ਸੰਤ ਕਾ ਮਾਰਗ ਕਿਹਾ ਹੈ, ਸੰਤ ਕਾ ਸੰਗ ਕਿਹਾ ਹੈ। ਸੰਤ ਕਾ ਸੰਗ ਬੜਭਾਗੀ ਪਾਵੇ। ਉਹ ਅਵਸਥਾ ਵਾਲੇ ਹੀ ਚਾਕਰ ਨੇ ਭਾਈ, ਜਿਹੜੇ ਹੁਕਮ ਚੱਲਦੇ। ਫਿਰ ਉਹਨੂੰ ਕੀ ਮਿਲਦਾ? ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਭਾਏ। ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਵੀ ਦੂਣਾ ਖਾਏ। ਹੁਰਮਤ ਕੀ ਹੁੰਦੀ ਹੈ ਭਾਈ? ਅਗਲੀ ਨਿਰਾਕਾਰ ਦੀ ਸੋਝੀ। ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਲ। ਉਹੀ ਤਾਂ ਦੁਨੀਆ ਭਾਈ ਸੱਚ ਦੀ। ਪਿੱਛੇ ਆਪਾਂ ਵਿਚਾਰਿਆ, ਭਿੰਨੀ ਰੈਣੜੀਏ ਚਮਕਣ ਤਾਰੇ। ਫਿਰ ਸਾਨੂੰ ਹੌਸਲਾ ਹੋ ਜਾਂਦਾ ਗਿਆਨ ਨਾਲ। ਉੱਥੇ ਇਹ ਕੰਨਾਂ ਦੀ, ਸਰੀਰ ਦੀ ਲੋੜ ਨਹੀਂ ਪੈਂਦੀ। ਇਹ ਸਰੀਰ ਉੱਥੇ ਨਹੀਂ ਜਾਂਦਾ, ਇੱਥੇ ਹੀ ਰਹਿ ਜਾਂਦਾ ਹੈ। ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਉੱਚੀ ਜਾਤੀ ਦੇ ਸਭ ਇੱਥੇ ਹੀ ਰਹਿ ਜਾਂਦਾ ਭਾਈ ਸਾਰਾ ਕੁਛ। ਫਿਰ ਸਾਨੂੰ ਉਹ ਮੱਤ ਮਿਲਦੀ ਹੈ। ਉਹ ਕੀ ਹੈ? ਗੁਰ ਕੀ ਮੱਤ। ਉਹ ਗੁਰ ਕੀ ਮੱਤ ਵਾਲੇ ਨੇ ਸਾਰੇ। ਦੂਜਾ ਤੀਜਾ ਨਹੀਂ ਉੱਥੇ ਕੋਈ ਹੈਗਾ, ਇੱਕ ਹੀ ਨੇ ਸਾਰੇ। ਇੱਕੋ ਸਿਮਰੀਏ ਨਾਨਕਾ, ਦੂਜਾ ਕਾਇਆ ਕੋਈ। ਦੂਜਾ ਤਾਂ ਹੈ ਹੀ ਨਹੀਂ ਕੋਈ ਜਿਹੜੀ ਸੋਝੀ ਲਈਏ ਕਿਸੇ ਦੀ। ਇੱਕ ਦੀ ਸੋਝੀ ਹੈ ਬਾਣੀ ਭਾਈ। ਇਹ ਜੁਗਮੇ ਏਕੇ ਕੋ ਆਇਆ ਜਨਮਤ ਮੋਇਆ, ਮੋਹਣੀ ਮਾਇਆ ਨੇ ਮੋਹ ਲਿਆ। ਹੁਣ ਇੱਕ ਦਾ ਬਾਣੀ ਗਿਆਨ ਕਰਾਉਂਦੀ, ਆਪਾਂ ਇੱਕ ਹੋਣਾ। ਇੱਕ ਹੋਣ ਖਾਤਰ ਆਪਾਂ ਨੂੰ ਫਿਰ ਗੁਰ ਕੀ ਮੱਤ ਲੈਣੀ ਪਊਗੀ। ਜਿਹੜੀ ਆਪਦੀ ਮੱਤ ਨਾਲ ਅਸੀਂ ਮੰਨੀ ਬੈਠੇ, ਉਹ ਤਾਂ ਸਰੀਰ ਕਰਕੇ ਪੂਰਨ ਮੰਨਦੇ ਹਾਂ ਆਪਾਂ। ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ ਸਰੀਰ ਕਰਕੇ। ਆਤਮਾ ਤੋਂ ਕੋਰੇ ਹਾਂ, ਤਾਂਹੀਓ ਤਾਂ ਗਤੀ ਆਤਮਾ ਦੀ ਹੋਣੀ, ਸਰੀਰ ਦੀ ਕਰੀ ਜਾਂਦੇ ਹਾਂ। ਵਜੋਂ ਵੀ ਦੂਣਾ ਖਾਏ। ਸੰਸਾਰੀ ਪਦਾਰਥਾਂ ਦੀ ਵੀ ਉਹ ਗੁਰਸਿੱਖਾਂ ਨੂੰ ਕਮੀ ਨਹੀਂ ਰਹਿੰਦੀ। ਉਹ ਦੂਰ ਹੀ ਰਹਿੰਦੇ ਨੇ। ਦੇ ਖਾਜੇ ਆਖ ਗਵਾਈਏ, ਜੋ ਮਿਲਦਾ ਖਾ ਲੈਂਦੇ ਨੇ। ਉਹ ਜਿੱਥੇ ਵੀ ਰਹਿੰਦੇ ਨੇ ਉਹਦੇ ਭਾਣੇ 'ਚ ਰਹਿੰਦੇ ਨੇ। ਇਹ ਸਿੱਖੀ ਹੈ ਭਾਈ। ਭਗਤ ਗੁਰੂ ਸਾਹਿਬਾਨਾਂ ਦਾ ਜੀਵਨ ਕੀ ਹੈ? ਬਾਣੀ ਇਹ ਜੀਵਨੀ ਹੈ ਉਹਨਾਂ ਦੀ, ਗੁਰੂ ਭਗਤ ਸਾਹਿਬਾਨਾਂ ਦੀ। ਇਹ 'ਤੇ ਆਪਾਂ ਚੱਲਣਾ ਵਾ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ।
ਫਿਰ ਜਿਹੜੇ ਹੁਕਮ ਦੀ ਬਰਾਬਰੀ ਕਰਦੇ ਨੇ ਉਹ ਚਾਕਰ ਕਾਹਦੇ ਹੋ ਗਏ ਭਾਈ? ਉਹ ਤਾਂ ਵਿਰੋਧ ਕਰਦੇ ਨੇ। ਸੰਤ ਕਾ ਨਿੰਦਕ ਮਰੇ ਨਾ ਜਵਾਈਏ। ਜਦੋਂ ਦੀ ਮ੍ਰਿਤਿਓ ਨਹੀਂ ਹੋਈ, ਜਨਮ ਕਿਵੇਂ ਹੋ ਜੂ ਉਹਦਾ ਭਾਈ? ਮ੍ਰਿਤਿਓ ਤੋਂ ਭਾਵ ਹੁਕਮ ਦੇ ਵਿਰੋਧ ਕਰਨ ਵਾਲਾ, ਸੰਤ ਕੇ ਮਾਰਗ ਦਾ, ਬਾਣੀ ਦਾ ਵਿਰੋਧ ਕਰਨ ਵਾਲਾ, ਉਹ ਤਾਂ ਜੰਮਣ ਮਰਨ ਨੂੰ ਚਲਿਆ ਗਿਆ ਭਾਈ। ਉਹਦੀ ਇੱਛਾ ਮਰੀਆਂ ਹੀ ਨਹੀਂ ਹੈਗੀਆਂ। ਇੱਛਾ ਦਾ ਤਿਆਗ ਕਰਨਾ ਸੀਗਾ, ਮੁਕਤੀ ਲੈਣੀ ਸੀਗੀ, ਉਹ ਤਾਂ ਹੋਇਆ ਹੀ ਨਹੀਂ। ਫਿਰ ਜਨਮ ਕਿਵੇਂ ਹੋ ਗਿਆ? ਸਰੀਰ ਕਰਕੇ ਹੀ ਜ਼ਰੂਰ ਪੂਰੇ ਹੋ ਜਾਂਦੇ ਆ। ਉਹ ਤਾਂ ਬਾਣੀ 'ਚ ਆਪਣੇ ਕੋਲੇ ਅਨੇਕਾਂ ਹੀ ਉਪਦੇਸ਼ ਪਏ ਨੇ। ਸੁਣੋ ਸੰਤੋ ਸਭ ਤਰੋ ਪਿਆਰੋ, ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਰਾਮ ਸਰਨ ਵਿਸਰਾਮਾ। ਕਿੰਨੇ ਉਪਦੇਸ਼ ਨੇ ਆਪਣੇ ਕੋਲੇ ਭਾਈ। ਯੋਗੀਆਂ ਨੂੰ ਸਮਝਾਇਆ, ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਸਤਿਗੁਰੂ ਭਗਤ ਸਾਹਿਬਾਨਾਂ ਨੇ, ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਪ੍ਰੇਰਿਆ। ਅਸੀਂ ਉਹਨਾਂ ਨੂੰ ਉਪਦੇਸ਼ ਕਰ ਰਹੇ ਹਾਂ। ਮੂਰਖ ਨਹੀਂ ਤਾਂ ਹੋਰ ਕੀ ਆ ਭਾਈ? ਉਹ ਗੁਰੂ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਪ੍ਰੇਰਿਆ। ਬਾਣੀ ਸਾਰਿਆਂ ਦਾ ਹੀ ਭਲਾ ਮਨਾਉਂਦੀ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰ ਦਾ ਦਰਸ਼ਨ ਸਾਨੂੰ ਹੋਇਆ ਨਹੀਂ, ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ। ਨਹੀਂ ਭਾਈ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈ। ਸਤਿਗੁਰ ਦੀ ਪ੍ਰਾਪਤੀ ਕਰਨੀ ਹੈ ਭਾਈ। ਇਹ ਦੋ ਪਦਾਰਥਾਂ ਤੋਂ ਬਾਅਦ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਫਿਰ ਆਪਾਂ ਨੂੰ ਗਿਆਨ ਅਤੇ ਮੁਕਤੀ, ਇਹ ਤਾਂ ਅਸੀਂ ਹਲੇ ਕੀਤੇ ਨਹੀਂ। ਮ੍ਰਿਤ ਲੋਕ 'ਚ ਬੈਠੇ ਹਾਂ, ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਹਾਂ। ਜਦੋਂ ਇੱਕ ਹੋ ਜਾਂਦੇ ਨੇ, ਉਦੋਂ ਬਾਅਦ ਸਤਿਗੁਰ ਤੋਂ ਬਾਅਦ ਫਿਰ ਨਾਮ ਦੀ ਪ੍ਰਾਪਤੀ ਹੋਣੀ ਹੈ। ਤੀਆ ਪਦਾਰਥ ਆਪਣਾ ਹੁਕਮ ਦਾ ਦਰਸ਼ਨ ਹੋਣਾ, ਤੁਰਕੀ ਬਾਣੀ ਦਾ। ਫਿਰ ਚੌਥਾ ਜਨਮ ਹੈ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਤਰ ਪਾਏ। ਫਿਰ ਦੇਖਦੇ ਹਾਂ ਕੀ ਹਾਲ ਹੋ ਰਿਹਾ ਵਾ। ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ, ਵੱਡਾ ਬਣਨਾ ਚਾਹੁੰਦੇ ਨੇ, ਦੇਖ ਲਓ ਫਿਰ ਕੀ ਹਾਲ ਹੈ। ਫਿਰ ਸ਼ਰਮ ਮਹਿਸੂਸ ਕਰਦਾ ਵਾ। ਫਿਰ ਜਦੋਂ ਸਮਾਂ ਨਿਕਲ ਜਾਂਦਾ ਵਾ, ਅੰਦਰੋਂ ਹੀ ਨੀਵਾਂ ਹੋ ਜਾਂਦਾ, ਪਛਤਾਉਂਦਾ ਵਾ। ਸੰਤ ਕਾ ਦੋਖੀ ਛੁੱਟੇ ਅਕੇਲਾ, ਉਹ ਹਾਲ ਹੋ ਜਾਂਦਾ। ਫਿਰ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਆ। ਵਜੋਂ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਜੁੱਤੀਆਂ ਖਾਂਦਾ ਹੈ ਭਾਈ। ਇੱਥੇ ਵੀ ਪੈਂਦੀਆਂ, ਉੱਥੇ ਤਾਂ ਪੈਂਦੀਆਂ ਹੀ ਪੈਂਦੀਆਂ। ਉੱਥੇ ਤਾਂ ਜਾ ਹੀ ਨਹੀਂ ਸਕਦਾ, ਹੁਕਮ ਦੇ ਮੂਹਰੇ ਖੜ੍ਹ ਹੀ ਨਹੀਂ ਸਕਦਾ। ਝੂਠਾ ਕੀ ਖੜੂਗਾ ਭਾਈ? ਕੱਚ ਪਕਾਈ ਉੱਥੇ ਪਾਏ, ਨਾਨਕ ਕਿਆ ਜਾਪੇ ਜਾਏ। ਇੱਥੇ ਤਾਂ ਸਾਰੀ ਪੂਰਨ ਬੰਨੀ ਬੈਠੇ ਆ ਭਾਈ ਆਪਾਂ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਜਿਹਦਾ ਦਿੱਤਾ ਖਾਂਦੇ ਆ ਉਹਦਾ ਹੀ ਵਿਰੋਧ ਕਰਦੇ ਆ ਭਾਈ। ਹਰਾਮਖੋਰ ਨਹੀਂ ਤਾਂ ਹੋਰ ਕੀ ਆ ਭਾਈ। ਕਿਰਤ ਕਣਾ ਕਾ ਕਰੇ ਆਧਾਰ। ਕਿਰਤ ਕਣਾ ਅਸੀਂ ਜਿਹਦਾ ਦਿੱਤਾ ਖਾਂਦੇ ਆ ਉਹਦਾ ਹੀ ਵਿਰੋਧ ਕਰਦੇ ਆ। ਐਸਾ ਕੋਈ ਸੰਸਾਰ 'ਚ ਆਦਮੀ ਹੈ, ਕੋਈ ਗੁਰੂ ਪੀਰ ਪੈਗੰਬਰ ਹੈ, ਜਿਹਦਾ ਅਸੀਂ ਬੁਰਾ ਕਰੀਏ ਉਹ ਸਾਨੂੰ ਫਿਰ ਵੀ ਦੇਈ ਜਾਵੇ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਮਝੀਏ। ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ? ਚਾਕਰ ਤੋਂ ਭਾਵ ਨੀਵੇਂ ਹੋ ਕੇ ਰਹਿਣਾ, ਨੌਕਰ ਬਣ ਕੇ ਰਹਿਣਾ ਹੈ। ਨੌਕਰ ਨਹੀਂ, ਸੇਵਕ ਬਣ ਕੇ ਰਹਿਣਾ। ਨੌਕਰ ਦਾ ਤਨਖਾਹ ਮੰਗ ਲੈਂਦਾ, ਫਿਰ ਉਹ ਦੇ ਰਿਹਾ। ਸਾਰਾ ਸੰਸਾਰ ਦੇਖ ਰਹੇ ਹਾਂ ਕੀ ਹੋ ਰਿਹਾ ਵਾ। ਮੰਦਿਰ 'ਚ ਪੂਜਾ ਕਰਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਭਾਈ। ਗੁਰਦੁਆਰੇ 'ਚ ਪਾਠੀ ਪਾਠ ਕਰਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਪਾਦਰੀ ਪੈਸੇ ਨਹੀਂ ਲੈਂਦਾ, ਚਰਚ ਕਾਜੀ ਨਹੀਂ ਸਾਰੇ ਲੈਂਦੇ ਆ ਭਾਈ। ਸੰਸਾਰ 'ਚ ਕੀ ਹੋ ਰਿਹਾ ਇੰਨਾ ਕੁ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵਾ। ਕਿਹਨੂੰ ਨਹੀਂ ਦਿੰਦਾ? ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਅਸੀਂ ਹਰਾਮਖੋਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ। ਜਲ ਮੇ ਜਨ ਤੋਂ ਪਾਏ ਤਿੰਨਾਂ ਵੀ ਰੋਜੀ ਦੇ। ਉਹਨਾਂ ਨੂੰ ਵੀ ਰੋਜੀ ਦਿੰਦਾ ਹੈ। ਉਹਦਾ ਸੁਭਾਅ ਆ ਭਾਈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿਨ ਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਉਹਦੇ ਕੋਲ ਕੀ ਨਹੀਂ ਹੈਗਾ ਭਾਈ। ਉਹਦੇ ਹੁਕਮ ਤੋਂ ਬਿਨਾਂ ਕਿਵੇਂ ਲਵਾਂਗੇ ਅਸੀਂ? ਹੁਕਮ ਦੇ ਧਾਰਨੀ ਬਣਨਾ, ਉਹਦੇ ਚਰਨਾਂ 'ਚ ਪਹੁੰਚਣਾ ਵਾ। ਉਹੀ ਤਾਂ ਨਾਮ ਹੈ। ਨਾਮੇ ਉਤਪਤ ਨਾਮੇ ਪਰ ਲੋ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰੱਖ ਮਨ ਮਾਏ। ਮਨਾ ਤਾਂ ਨਹੀਂ ਕੀਤਾ ਪਦਾਰਥ ਖਾਣ ਨੂੰ ਭਾਈ ਸਤਿਗੁਰਾਂ ਨੇ। ਖਾ ਲਾ, ਕਹਿੰਦੇ ਜੋ ਮਰਜ਼ੀ ਖਾ ਲਾ, ਪਰ ਠਾਕਰ ਨੂੰ ਤਾਂ ਯਾਦ ਰੱਖ ਭਾਈ। ਇੰਨਾ ਬੇਈਮਾਨ ਹੈ ਇਹ। ਜਿਸ ਕਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਆਓ ਸਾਰੇ ਮਿਲ ਕੇ ਪਈਓ ਕੁਦਰਤ ਦਾ ਜਸ ਕਰੀਏ। ਜਿਹਦੇ ਦਿੱਤਾ ਆਪਾਂ ਖਾਂਦੇ ਹਾਂ, ਜਿਹਦੀ ਕਿਰਪਾ ਨੇ ਇੱਥੇ ਰਹਿ ਰਹੇ ਹਾਂ। ਨਾਨਕ ਹੁਕਮ ਨਾ ਚੱਲੀ ਨਾਲ, ਖਸਮ ਚੱਲੇ ਅਰਦਾਸ। ਅਸੀਂ ਹੁਕਮ ਕਰਦੇ ਹਾਂ ਭਾਈ। ਅਰਦਾਸ ਕੀ ਹੁੰਦੀ ਹੈ? ਅਰਦਾਸ ਤਾਂ ਇਹੀ ਹੈ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ, ਅੱਗੇ ਵਸਨ ਸੇਲ। ਇਹੀ ਅਰਦਾਸ ਹੈ ਭਾਈ। ਇਹ ਬੇਨਤੀ ਕਰਨੀ ਹੈ, ਇਹ ਲਾਹਾ ਲੈਣਾ ਵਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਇਹ ਅਰਦਾਸ ਹੈ।
ਤੇ ਤੋਂ ਬਿਨਾਂ ਦਾਤਾ ਜੋ ਹੋਰ ਮੰਗਦੇ ਹਨ, ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਨਾਮ ਨਾ ਭੁੱਖ ਲੈਣੀ ਹੈ ਭਾਈ ਮਨ ਦੀ। ਸਾਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚੱਲੀਏ ਦੋ। ਇਹ ਪ੍ਰਾਪਤੀ ਕਰਨੀ ਆਪਾਂ, ਚਾਕਰ ਬਣਨਾ ਹੈ ਗੁਰੂ ਕੇ। ਗੁਰੂ ਘਰ ਨਾਲ ਪ੍ਰੇਮ ਕਰਨਾ ਹੈ। ਜਿੱਥੇ ਵੀ ਜਾਣਾ, ਜਿੱਥੇ ਗੁਰੂ ਕੇ ਪਿਆਰੇ ਬਾਣੀ ਦਾ ਪ੍ਰਚਾਰ ਕਰ ਰਹੇ ਨੇ, ਵਿਚਾਰ ਕਰ ਰਹੇ ਨੇ, ਧਿਆਨ ਨਾਲ ਸੁਣਨਾ, ਦੂਰ ਦੂਰ ਗੁਰੂ ਦਾ ਮੈਸੇਜ ਪਹੁੰਚਾਉਣਾ, ਉਹਦਾ ਜਸ ਕਰਨਾ, ਇਹ ਸਭ ਤੋਂ ਵੱਡੀ ਸੇਵਾ ਸੰਸਾਰ ਦੇ ਵਿੱਚ। ਕੇਵਲ ਕਲਮੇ ਨਾਮ ਆਧਾਰ, ਇਹਦੇ ਨਾਲ ਆਪਣਾ ਆਧਾਰ ਹੋਣਾ। ਆਓ ਸਾਰੇ ਮਿਲ ਕੇ ਆਪਾਂ ਵੀ ਚਾਕਰ ਬਣੀਏ, ਆਪਣਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।